ਇਸ਼ਨਾਨ ਕਰਨਾ। ਤੇ ਅਭਿਆਸ ਦੱਸ ਰਹੇ ਸੀ ਜਿਹੜਾ ਗੁਰੂ ਪਿਤਾ ਨੇ ਦੱਸਿਆ ਸੀ। ਗੁਰੂ ਪਿਤਾ ਨੇ ਇੱਕ ਵਾਰ ਸਮਝਾਇਆ ਸੀ, ਕਹਿੰਦੇ ਇਹ ਜਨਮ ਤੁਮਾਰੇ ਲੇਖੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਦਰਬਾਰ ਸਾਹਿਬ ਤੀਜੇ ਪਹਿਰ ਦੀ ਸੇਵਾ ਕਰਨ ਜਾਂਦੇ ਸੀ। ਕਾਫੀ ਸਮੇਂ ਬਾਅਦ ਇੱਕ ਦਿਨ ਬਾਲਟੀ ਹੱਥ 'ਚ ਫੜੀਏ ਜਲ ਵਾਲੀ, ਤੇ ਇੱਕ ਬਜ਼ੁਰਗ ਸਾਧੂ ਏ ਸਾਹਮਣੇ, ਉਹ ਸੇਵਾ ਨਹੀਂ ਕਰ ਰਿਹਾ, ਅੱਖਾਂ 'ਚੋਂ ਹੰਝੂ ਵਹੀ ਤੁਰੇ ਜਾਂਦੇ ਨੇ ਤੇ ਬੜੀ ਮਸਤਾਨਗੀ 'ਚ ਗਾਉਂਦਾ ਫਿਰਦਾ ਏ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਮਾਧੋ ਇਹ ਜਨਮ ਤੁਮਾਰੇ ਲਿਖੇ, ਇਹ ਜਨਮ ਤੁਮਾਰੇ ਲਿਖੇ। ਤੇ ਨਾਲ ਨਾਲ ਪਰਿਕਰਮਾ ਕਰੀ ਜਾਂਦਾ ਏ ਅੰਦਰ ਦਰਬਾਰ ਸਾਹਿਬ ਦੀਆਂ। ਉਹਦੇ ਰੰਗ ਨੂੰ ਦੇਖ ਕੇ, ਉਹਦੀ ਮਸਤਾਨਗੀ ਨੂੰ ਦੇਖ ਕੇ, ਉਹਦੇ ਬੋਲਾਂ ਦੀ ਤੜਫ ਨੂੰ ਸੁਣ ਕੇ ਅਸੀਂ ਵੀ ਬਾਲਟੀ ਜਿਹੜੀ ਰੱਖ ਦਿੱਤੀ, ਨਾਲ ਦੇ ਸਿੰਘ ਨੂੰ ਕਿਹਾ ਇਹ ਪਕੜ ਲੈ। ਉਹਦੇ ਮਗਰ ਮਗਰ ਹੋ ਤੁਰੇ। ਕੁਝ ਉਹਨੇ 5-4 ਪਰਿਕਰਮਾ ਕੀਤੀਆਂ ਹੋਣਗੀਆਂ, ਬਸ ਇਹੋ ਹੀ ਗਾਈ ਜਾਂਦਾ ਏ, ਮਾਧੋ ਇਹ ਜਨਮ ਤੁਮਾਰੇ ਲਿਖੇ। ਬਾਹਰ ਆ ਗਏ, ਬਾਹਰ ਆ ਕੇ ਸਰੋਵਰ ਦੇ ਕੰਢੇ ਬਹਿ ਗਏ। ਅਸੀਂ ਵੀ ਲੱਗੇ ਬਹਿ ਗਏ, ਸਿਰ ਸੁੱਟ ਕੇ, ਪਤਾ ਨਹੀਂ ਗੁਰੂ ਪਿਤਾ ਨਾਲ ਕੀ ਰੰਗ ਮਾਣਿਆ ਏ, ਉਹਨੂੰ ਸੀਸ ਚੁਕਾ ਕੇ ਪਤਾ ਨਹੀਂ ਕੀ ਜੋਦੜੀਆਂ ਕੀਤੀਆਂ ਨੇ, ਉਹ ਸਾਧੂ ਜਾਣੇ। ਤੇ ਜਦੋਂ ਉਹਨੇ ਕਾਫੀ ਸਮੇਂ ਬਾਅਦ ਸੀਸ ਉੱਪਰ ਚੁੱਕਿਆ ਨਾ, ਨਮਸਕਾਰ ਕਰਕੇ ਤੇ ਹੱਥ ਜੋੜ ਕੇ ਇੱਕ ਗੱਲ ਪੁੱਛੀ ਕਿ ਭਗਤ ਜੀ ਸਮਾਂ ਤੇ ਨਹੀਂ ਏ ਸਹੀ, ਪਰ ਸਵਾਲ ਏ ਇਹੋ ਹੀ ਕਿਉਂ ਬਾਰ-ਬਾਰ ਗਾਉਂਦੇ ਹੋ ਕਿ ਜਨਮ ਤੁਮਾਰੇ ਲਿਖੇ, ਬਾਰ-ਬਾਰ ਗਾ ਰਹੇ ਹੋ, ਇਹ ਬਾਰ-ਬਾਰ ਕਿਉਂ ਗਾਉਂਦੇ ਹੋ? ਤੇ ਹੱਸ ਕੇ ਕਹਿਣ ਲੱਗਾ, ਅੱਖਾਂ 'ਚ ਹੰਝੂ ਸੀ, ਚਿਹਰੇ ਤੇ ਮੁਸਕਰਾਹਟ ਸੀ, ਬੜਾ ਸੋਹਣਾ ਨੂਰਾਨੀ ਚਿਹਰਾ ਖਿੜਿਆ ਸੀ। ਤੇ ਕਹਿਣ ਲੱਗੇ ਕਿ ਆ ਜਿਹੜਾ ਅੰਦਰ ਏ ਨਾ, ਇਹਨੂੰ ਸਮਝਾਉਣਾ ਏ, ਇਹ ਸਮਝਦਾ ਨਹੀਂ ਕਿ ਇਹ ਲਿਖੇ। ਇਹ ਅਜੇ ਸੋਚਦਾ ਏ ਕਿ ਉਹਦੇ ਲੇਖੇ ਇਹਨੂੰ ਨਹੀਂ ਲਾਉਣਾ, ਅਜੇ ਵਿੱਚ ਅੜੀਆਂ ਕਰਦਾ ਏ। ਇਹ ਕਦੀ ਆਪਣੇ ਆਪ ਨੂੰ ਪਤਨੀ ਦੇ ਲੇਖੇ ਲਾਉਂਦਾ ਏ, ਕਦੀ ਇਹ ਬੱਚਿਆਂ ਦੇ ਲੇਖੇ ਲਾਉਂਦਾ ਏ, ਕਦੀ ਮਾਇਆ ਦੇ ਲੇਖੇ ਲਾਉਂਦਾ ਏ, ਕਦੀ ਕੋਠੀਆਂ ਦੇ ਲੇਖੇ ਲਾਉਂਦਾ, ਕਦੀ ਕਾਰਾਂ ਦੇ, ਕਦੀ ਹੰਕਾਰ ਦੇ, ਲੋਭ ਦੇ। ਇਹ ਗੁਰੂ ਦੇ ਲੇਖੇ ਨਹੀਂ ਲਾਉਂਦਾ, ਤਾਂ ਇਹਨੂੰ ਬਾਰ-ਬਾਰ ਜੋਦੜੀਆਂ ਕਰਨਾ ਕਿ ਮਨ ਸਮਝ ਲੈ ਇਹ ਜਨਮ ਤੁਮਾਰੇ ਲੇਖੇ। ਉਹ ਤੇ ਸਾਧੂ ਉੱਠ ਕੇ ਚਲਿਆ ਗਿਆ ਸੀ, ਉੱਥੇ ਬੈਠੇ ਰਹਿ ਗਏ। ਉਸ ਦਿਨ ਸਮਝ ਆਇਆ ਸੀ ਕਿ ਨਹੀਂ, ਜਿਹਨੂੰ ਸਿੱਖੀ ਅਸੀਂ ਸਮਝ ਬੈਠੇ ਹਾਂ ਉਹ ਸਿੱਖੀ ਨਹੀਂ ਹੈ। ਅੱਜ ਦੇ ਜਗਤ ਨੇ, ਅਸੀਂ ਵੀ ਸਮਝਿਆ ਸੀ, ਕਰਮ ਨੂੰ ਸਿੱਖੀ ਮੰਨਿਆ ਸੀ। ਅੰਮ੍ਰਿਤ ਛਕ ਲੈਣਾ, ਨਿਤਨੇਮ ਕਰਨਾ, ਬਾਣੀ ਪੜ੍ਹ ਕੇ ਸੁਣਾ ਦੇਣੀ, ਬਾਣਾ ਪਹਿਨ ਲੈਣਾ, ਇੰਨੀ ਸਿੱਖੀ ਹੈ ਬਸ। ਕਰਮ ਤੇ ਸਿੱਖੀ ਨੂੰ ਖੜਿਆ ਸੀ, ਸੁਭਾਅ ਸਿੱਖੀ ਨਹੀਂ ਸੀ, ਜੀਵਨ ਸਿੱਖੀ ਨਹੀਂ ਸੀ। ਤੇ ਸਿੱਖੀ ਆਰੰਭ ਹੁੰਦੀ ਏ ਜਦੋਂ ਆਪ ਜੀ ਦਾ ਸੁਭਾਅ ਸਿੱਖੀ ਬਣਦਾ ਹੈ, ਜਦੋਂ ਤੁਸੀਂ ਆਪਣੇ ਜੀਵਨ ਨੂੰ ਸਿੱਖੀ ਬਣਾਉਣ ਦਾ ਯਤਨ ਕਰਦੇ ਹੋ। ਤੇ ਜਿਹੜਾ ਸੁਭਾਅ ਨਹੀਂ ਨਾ ਬਣਦਾ, ਉਹ ਕੀ ਏ, ਉਹ ਡੋਲਦਾ ਫਿਰੇਗਾ। ਕਈਆਂ ਸਾਲਾਂ ਦੇ ਜਪ ਤਪ ਬਾਅਦ ਵੀ ਥਿੜਕ ਜਾਏਗਾ, ਇਹ ਵੀ ਸਮਝ ਲੈਣਾ। ਉਹ ਪਖੰਡ ਕਰੇਗਾ, ਹੋਰ ਕੀ ਕਰੇਗਾ, ਕਿਉਂਕਿ ਸੁਭਾਅ ਨਹੀਂ ਹੈ, ਜੀਵਨ ਨਹੀਂ ਹੈ। ਵਿਖਾਵਾ ਕਰੇਗਾ, ਹੋਰ ਕੀ ਕਰੇਗਾ। ਸੁਭਾਅ ਸਿੱਖੀ ਬਣ ਜਾਵੇ, ਹਿਰਦੇ ਦਾ ਰੰਗ ਜਿਹੜਾ ਏ ਉਹ ਸਿੱਖੀ ਹੋ ਜਾਵੇ। ਉਸ ਦਿਨ ਇਹ ਬਾਤ ਸਮਝ ਆਈ ਸੀ ਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਬੇਅੰਤ ਵਾਰਾਂ ਧੰਨਵਾਦ ਕੀਤਾ ਤੇ ਇਸ ਅਭਿਆਸ ਨੂੰ ਅਸੀਂ ਵੀ ਸ਼ੁਰੂ ਕੀਤਾ। ਇਹ ਗਾਉਂਦੇ ਰਹਿਣਾ, ਮਾਧੋ ਇਹ ਜਨਮ ਤੁਮਾਰੇ ਲਿਖੇ, ਮਾਧੋ ਇਹ ਜਨਮ ਤੁਮਾਰੇ ਲਿਖੇ। ਗਾਉਂਦੇ ਰਹਿਣਾ, ਜੋਦੜੀਆਂ ਕਰਦੇ ਰਹਿਣਾ। ਕਦੀ ਕਦੀ ਭੁੱਬਾਂ ਨਿਕਲ ਜਾਣੀਆਂ, ਕਦੀ ਕਦੀ ਜਗਤ ਵੱਲ ਨੂੰ ਜਦੋਂ ਚੱਲਣਾ ਨਾ ਤੇ ਮੂੰਹ ਤੇ ਇਹ ਬੋਲ ਹੋਣੇ। ਹੈਰਾਨ ਹੁੰਦੇ ਸੀ, ਕਈ ਵਾਰ ਮੁੱਖ ਤੋਂ ਹੀ ਇਹ ਬੋਲ ਹੁੰਦੇ ਸੀ, ਮਾਧੋ ਇਹ ਜਨਮ ਤੁਮਾਰੇ ਲਿਖੇ। ਅੰਦਰ ਚਿਤਵਨੀ ਜਿਹੜੀ ਸੀ ਉਹ ਐਸ ਮਿੱਟੀ ਨੂੰ ਕਿਤੇ ਬਣਾ ਰਹੀ ਹੁੰਦੀ ਸੀ, ਇਹਦੀ ਸਿਰਜਣਾ ਕਰ ਰਹੀ ਹੁੰਦੀ ਸੀ। ਤੇ ਜਦੋਂ ਉਹ ਸਮਝ ਆਉਣੀ ਕਿ ਤੂੰ ਅੰਦਰੋਂ ਕੁਝ ਹੋ ਰਹੇ, ਬਾਹਰੋਂ ਕੁਝ ਹੋ ਰਹੇ,
ਤੇ ਗੁਰੂ ਪਿਤਾ ਦੇ ਬਚਨ ਯਾਦ ਆਉਣੇ ਕਿ ਜਿਨਕੇ ਭੀਤਰ ਹੈ ਅੰਤਰਾ, ਜੈਸੇ ਪਸ ਤੈਸੇ ਹੋਏ ਨਰਾ। ਤੇ ਤੜਫ ਉੱਠਣਾ ਇੱਕਦਮ ਤੇ ਇਹਦੇ ਗਾੜੀ ਟਹਿ ਜਾਣਾ ਕਿ ਹੇ ਪਿਤਾ ਦਇਆ ਕਰਨਾ, ਕਦੀ ਤੇ ਮੈਨੂੰ ਅੰਦਰੋਂ ਬਾਹਰੋਂ ਆਪਣਾ ਪੁੱਤ ਬਣਾਣਾ, ਕਦੀ ਤੇ ਮੈਂ ਤੇਰੇ ਤੋਂ ਬਲਹਾਰੇ ਜਾਵਾਂ, ਕਦੀ ਤੇ ਇਹ ਜੀਵਨ ਤੇਰੇ ਲੇਖੇ ਲੱਗੇ। ਆਪ ਜੀ ਵੀ ਇਹ ਅਭਿਆਸ ਕਰਨਾ। ਪਹਿਲਾਂ ਤੇ ਆਪਣੇ ਆਪਣੇ ਮਨ ਨਾਲ ਪਾਈ ਵਿਚਾਰੋ ਕਿ ਕਿਹਦੇ ਲੇਖੇ ਲਾਇਆ ਜੇ ਆਪਣੇ ਆਪ ਨੂੰ। ਇਹ ਜਿਹੜੀਆਂ ਸ਼ਕਤੀਆਂ, ਇਹ ਕੰਨ ਨੱਕ ਪੈਰ, ਇਹ ਸਰੀਰ, ਇਹ ਸਵਾਸ ਉਹਨੇ ਦਿੱਤੇ ਨੇ, ਇਹ ਕਿਹਦੇ ਲੇਖੇ ਲਾਏ ਜੇ? ਜੇ ਤੇ ਗੁਰੂ ਦੇ ਲੇਖੇ ਲਾਉਂਦੇ ਹੋ, ਮਾਂ ਦੀ ਸੇਵਾ ਕਰਦੇ ਹੋ ਕਿਉਂਕਿ ਗੁਰੂ ਦਾ ਹੁਕਮ ਹੈ, ਉਹਦੇ ਅੰਦਰ ਗੁਰੂ ਵਸਦਾ ਏ, ਫਿਰ ਤੇ ਸੱਤ ਪਿਤਾ ਦੀ ਸੇਵਾ ਕਰਦੇ ਹੋ ਕਿ ਇਹਦੇ ਚ ਮੇਰਾ ਰੱਬ ਵਸਦਾ ਏ, ਇਹ ਮੇਰੇ ਪਿਤਾ ਨੇ, ਉਸ ਜਗਤ ਪਿਤਾ ਨੇ ਮੈਨੂੰ ਬਖਸ਼ਿਆ ਏ, ਇਹਦੀ ਸੇਵਾ ਕਰਨੀ ਹੈ, ਫਿਰ ਤੇ ਸੱਤ। ਤੇ ਜੇ ਜਾਇਦਾਤਾਂ ਵਸ ਮੋਹ ਵਸ ਕਰਦੇ ਹੋ ਤੇ ਫਿਰ ਸੱਚ ਜਾਣਿਓ ਇਹ ਲੇਖੇ ਨਹੀਂ ਹੈ।